ਤੇ ਸਾਨੂੰ ਦੱਸੋ ਕੁਝ ਐਸੀਆਂ ਜਿਹੜੀਆਂ ਜੌਬ ਪੋਸਟਿੰਗਸ ਨੇ ਉਹ ਟੈਗ ਕੀਤੀਆਂ ਜਾ ਰਹੀਆਂ ਨੇ ਕਿ ਜਿਨ੍ਹਾਂ ਦੇ ਨਾਲ ਲਿਖਿਆ ਕਿ ਪੈਂਡਿੰਗ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਪਲੀਕੇਸ਼ਨ ਜਾਂ LMIA ਅਪਰੂਵਡ ਹੈਗੀਆਂ ਆ। ਇਹ ਠੀਕ ਨੇ ਸਾਰਾ ਕੁਝ ਕਿ ਇਹ ਵੀ ਫਰਾਡ ਹੀ ਆ? ਜਿਹੜੀਆਂ LMIA ਅਪਰੂਵਡ ਜੌਬਸ ਆ ਉਹਨਾਂ ਵਾਸਤੇ ਐਲੀਜੀਬਲ ਨਹੀਂ ਹੈਗੇ, ਉਹਨਾਂ ਦੀ ਜੌਬ ਸਰਚ ਪ੍ਰੋਸੈਸ ਦੇ ਉੱਤੇ ਫਿਰ ਕਿੱਦਾਂ ਇੰਪੈਕਟ ਪੈਂਦਾ? ਨਵਾਂ ਲੈਂਗੁਏਜ ਟੈਸਟ ਜਿਹੜਾ ਉਹ ਅਵੇਲੇਬਲ ਕਰਵਾਇਆ ਜਾ ਰਿਹਾ ਫਾਰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ। ਇਹ ਜਿਹੜਾ ਟਾਈਫਲ ਆ ਤੇ ਆਇਲਟਸ ਆ, ਇਹ ਦੋਨੇ ਸਿਮਿਲਰ ਨੇ ਕਿ ਵਨ ਇਜ਼ ਈਜ਼ੀਅਰ ਦੈਨ ਦੀ ਅਦਰ ਵਨ? ਮੈਨੂੰ ਲੱਗ ਰਿਹਾ ਕਿ there's going to be an emphasis on French continued. Right, French ਤਾਂ ਜ਼ਰੂਰ ਇੱਕ ਵੱਡੀ ਚੀਜ਼ ਬਣੋਗੀ in the next couple of years. ਮੈਨੂੰ ਲੱਗਦਾ ਪਹਿਲੀ ਵਾਰੀ ਆ ਜਤਨ ਜੀ ਕਿ ਬਹੁਤ ਸਾਰੇ ਲੋਕਾਂ ਨੂੰ, ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਇਮੀਗ੍ਰੇਸ਼ਨ ਮਿਨਿਸਟਰ ਕੌਣ ਹੈ। ਇਹ ਪਹਿਲੀ ਵਾਰੀ ਹੋਇਆ ਇਦਾਂ ਦਾ ਪਿਛਲੇ 15 ਸਾਲਾਂ 'ਚ। ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲ ਜਤਨ ਸ਼ੌਰੀ ਜੀ ਸ਼ਾਮਲ ਹੋ ਰਹੇ ਨੇ। ਉਹਨਾਂ ਨਾਲ ਜਿਹੜੀਆਂ ਲੇਟੈਸਟ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਇਮੀਗ੍ਰੇਸ਼ਨ ਦੇ ਫੀਲਡ ਵਿੱਚ ਉਸ ਦੇ ਬਾਰੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ। ਜਤਨ ਸ਼ੌਰੀ ਮੇਰੇ ਨਾਲ ਟੈਲੀਫੋਨ ਲਾਈਨ ਤੇ ਇਸ ਵੇਲੇ ਸ਼ਾਮਲ ਨੇ। ਜਤਨ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ। Good morning ਜੀ, good morning and thank you. ਬਹੁਤ ਮਿਹਰਬਾਨੀ, ਥੈਂਕ ਯੂ। ਤੇ ਸਾਨੂੰ ਦੱਸੋ ਕੁਝ ਐਸੀਆਂ ਜਿਹੜੀਆਂ ਜੌਬ ਪੋਸਟਿੰਗਸ ਨੇ ਉਹ ਟੈਗ ਕੀਤੀਆਂ ਜਾ ਰਹੀਆਂ ਨੇ ਕਿ ਜਿਨ੍ਹਾਂ ਦੇ ਨਾਲ ਲਿਖਿਆ ਕਿ ਪੈਂਡਿੰਗ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਪਲੀਕੇਸ਼ਨ ਜਾਂ LMIA ਅਪਰੂਵਡ ਹੈਗੀਆਂ ਆ। ਇਹ ਠੀਕ ਨੇ ਸਾਰਾ ਕੁਝ ਕਿ ਇਹ ਵੀ ਫਰਾਡ ਹੀ ਆ? No, I think quite the opposite. It's very interesting, ਪਿਛਲੇ ਸਾਲ ਵਿੱਚ ਜੋ ਸਰਕਾਰ ਦੇ ਹੁਣ ਮੇਨ ਮੈਸੇਜ ਹੈਗੇ ਇਮੀਗ੍ਰੇਸ਼ਨ ਦੇ ਵਿੱਚ, ਜਨਰਲੀ ਸਪੀਕਿੰਗ ਇਹ ਕਹਿੰਦੇ ਨੇ ਕਿ ਅਸੀਂ ਕੋਈ ਵੀ ਤਰੀਕੇ ਨਾਲ ਜਿੱਥੇ ਹੁਣ ਫਰਾਡ ਦੀ ਇਸ਼ੂਜ਼ ਬਣਦੇ ਨੇ ਜਾਂ ਸਟੂਡੈਂਟ ਵੀਜ਼ਾਸ ਦੇ ਵਿੱਚ, ਵਰਕ ਪਰਮਿਟਸ ਦੇ ਵਿੱਚ, ਜਿੱਥੇ ਵੀ ਅਸੀਂ ਪੂਰੀ ਕੋਸ਼ਿਸ਼ ਨਾਲ ਉਹਨੂੰ ਸੰਭਾਲਣਾ ਚਾਹੁੰਦੇ ਨੇ। ਐਂਡ ਆਈ ਥਿੰਕ ਦਿਸ ਇਜ਼ ਅਨਦਰ ਸਟੈਪ। ਇਟਸ ਵੈਰੀ ਇੰਟਰਸਟਿੰਗ ਕਿਉਂਕਿ ਬੇਸਿਕ ਜੋ ਤੁਸੀਂ ਹੁਣ ਐਕਸਪਲੇਨ ਕਰ ਰਹੇ ਸੀ, ਹੁਣ ਫॉर ਦੋਜ਼ ਹੂ ਡੋਂਟ ਨੋ, ਜਦੋਂ ਵੀ ਕੋਈ ਵੀ EMPLOYER ਕਿਸੇ ਫੋਰਨ ਵਰਕਰ ਨੂੰ ਹਾਇਰ ਕਰਨਾ ਚਾਹੁੰਦੇ ਨੇ, ਆਫ ਕੋਰਸ LMIA ਦੀ ਐਪਲੀਕੇਸ਼ਨ ਲਾਉਣਾ ਚਾਹੁੰਦੇ ਆ। ਐਂਡ ਯੂਜੂਅਲੀ ਕੀ ਹੁੰਦਾ ਇਸ ਪ੍ਰੋਸੈਸ ਦੇ ਵਿੱਚ, ਕਾਫੀ ਸਟੈਪਸ ਹੁੰਦੇ ਨੇ, ਰਾਈਟ? ਸਭ ਤੋਂ ਪਹਿਲਾ ਸਟੈਪ ਹੈਗਾ ਤੁਸੀਂ ਐਕਚੁਅਲ ਸੀਰੀਅਸਲੀ ਮਾਰਕੀਟ ਦੇ ਵਿੱਚ ਬੰਦੇ ਨੂੰ ਲੱਭਣਾ, ਕੋਸ਼ਿਸ਼ ਕਰਨਾ ਕਿ ਅਸੀਂ ਕੈਨੇਡੀਅਨ ਜਾਂ ਪਰਮਾਨੈਂਟ ਰੈਜ਼ੀਡੈਂਟ ਨੂੰ ਹਾਇਰ ਕਰ ਸਕਦੇ ਨੇ। ਐਂਡ ਜਿੱਥੇ ਨਹੀਂ ਮਿਲ ਸਕਦਾ ਫਿਰ ਤੁਸੀਂ ਆਪਣਾ ਐਪਲੀਕੇਸ਼ਨ ਲਾਉਂਦੇ ਨੇ। ਐਂਡ ਕੀ ਹੁੰਦਾ ਕਿ ਜਦੋਂ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਆ LMIA ਦੇ ਲਈ, at the same time employer ਦੀ ਜ਼ਿੰਮੇਵਾਰੀ ਇਹ ਬਣਦਾ ਕਿ ਜੋ ਵੀ ਆਨਲਾਈਨ ਜੌਬ ਐਡਸ ਹੈਗੇ ਨੇ ਜਿੱਥੇ ਉਹ ਬੇਸਿਕ ਐਡਵਰਟਾਈਜ਼ ਕਰਦੇ ਨੇ ਕਿ ਦੇਖੋ ਸਾਡਾ ਕੰਮ ਹੈਗਾ, ਸਾਨੂੰ ਬੰਦਾ ਚਾਹੀਦੇ ਨੇ, ਐਂਡ ਜੋ ਬੇਸਿਕ ਕੈਨੇਡੀਅਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਉਹਨਾਂ ਦਾ ਟਾਰਗੇਟ ਬਣਦੀ ਆ, ਉਹ ਰਖਵਾਉਣਾ ਜਦੋਂ ਤੱਕ LMIA ਹੱਥ ਵਿੱਚ ਮਿਲ ਗਿਆ। And now what's happening, I think usually ਕੀ ਹੁੰਦਾ ਕਿ ਜਦੋਂ ਉਹ ਐਡਵਰਟਾਈਜ਼ਮੈਂਟ ਜੋ ਰਿਕੁਆਇਰਮੈਂਟ ਹੁੰਦੀ ਹੈ, ਜਦੋਂ EMPLOYERS ਉਹ ਖਤਮ ਕਰਦੇ ਨੇ, usually ਉਹ ਆਪਣਾ ਆਨਲਾਈਨ ਜੌਬ ਬੈਂਕ ਇੱਕ ਮੇਨ ਵੈਬਸਾਈਟ ਹੁੰਦੀ ਹੈ, ਇੱਕ ਮੇਨ ਪੋਰਟਲ ਹੈਗੇ ਜਿੱਥੇ EMPLOYERS ਆਪਣਾ ਕੰਮ ਦਾ ਜੋ ਅਵੇਲੇਬਿਲਿਟੀ ਹੈਗੀ ਉਹ ਐਡਵਰਟਾਈਜ਼ ਕਰ ਸਕਦੇ ਨੇ। ਐਂਡ ਕੀ ਹੁੰਦਾ ਕਿ ਜਦੋਂ LMIA ਐਪਲੀਕੇਸ਼ਨ ਅੰਦਰ ਜਾਂਦੀ ਹੈ, ਯੂਜੂਅਲੀ EMPLOYERS ਉਹ ਜੌਬ ਬੈਂਕ ਜਾਂ ਦੂਜੇ ਜੋ ਵੈਬਸਾਈਟਸ ਹੈਗੇ ਨੇ ਉਹ ਫਿਰ ਨਹੀਂ ਪ੍ਰੋਪਰਲੀ ਰਿਵਿਊ ਕਰਦੇ ਨੇ, ਉਹ ਬਸ ਸਾਈਟ ਤੇ ਰੱਖਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਇਹੀ ਲੱਗਦਾ ਕਿ ਉਹ ਜੋ ਵੀ ਪਹਿਲਾ ਰਿਕੁਆਇਰਮੈਂਟ ਸੀ ਉਹ ਖਤਮ ਹੋ ਗਿਆ। ਨਾਓ ਕੀ ਹੋ ਰਿਹਾ, ਜੋ EMPLOYMENT ਸੋਸ਼ਲ ਡਿਵੈਲਪਮੈਂਟ ਕੈਨੇਡਾ ਹੈਗੀ ਹੈ, ESDC, ਸੋ ਨਾਟ ਇਮੀਗ੍ਰੇਸ਼ਨ ਬਟ ਜੋ LMIAs ਇਸ਼ੂ ਕਰਦੇ ਨੇ, ਹੁਣ ਉਹਨਾਂ ਨੇ ਇੱਕ ਨਵਾਂ ਪਾਲਿਸੀ ਸ਼ੁਰੂ ਕੀਤਾ ਕਿ ਆਨਲਾਈਨ ਜੌਬ ਬੈਂਕ ਤੇ ਜੋ ਵੈਬਸਾਈਟ ਹੈਗੀ, ਜੋ ਜੌਬ ਪੋਸਟਿੰਗ ਵੈਬਸਾਈਟ ਹੈਗੀ, ਉੱਥੇ ਉਹਨਾਂ ਨੇ ਐਕਚੁਅਲੀ ਆਈਡੈਂਟੀਫਾਈ ਕੀਤਾ ਕਿ ਕਿਹੜੀ EMPLOYER ਦੇ ਕੋਲ LMIA ਹੱਥ ਵਿੱਚ ਹੈਗੀ ਹੈ ਐਂਡ ਕੌਣ EMPLOYERS LMIA ਦੀ ਐਪਲੀਕੇਸ਼ਨ ਹੁਣ ਲਾਇਆ, ਮਤਲਬ ਉਹਨਾਂ ਦਾ ਹਜੇ ਪ੍ਰੋਸੈਸਿੰਗ ਵਿੱਚ ਆ। ਐਂਡ ਹੁਣ ਇਮੀਗ੍ਰੇਸ਼ਨ ਇਹ ਕਹਿ ਰਹੇ ਨੇ ਕਿ ESDC ਹੁਣ ਇਹ ਕਹਿ ਰਹੇ ਨੇ ਕਿ ਦੇਖੋ ਜੋ ਕੈਨੇਡੀਅਨਸ ਜਾਂ ਪਰਮਾਨੈਂਟ ਰੈਜ਼ੀਡੈਂਟਸ ਹੁਣ ਐਪਲੀਕੇਸ਼ਨ ਬਣਾਉਂਦੇ ਨੇ ਫॉर दैट वेरी सेम EMPLOYER ਜਿਹਨਾਂ ਕੋਲ LMIA ਐਪਲੀਕੇਸ਼ਨ ਹੈਗੀ ਆ ਜਾਂ ਉਹਨਾਂ ਦੇ ਹੱਥ ਵਿੱਚ ਅਪਰੂਵਡ LMIA ਐਪਲੀਕੇਸ਼ਨ ਹੈਗੀ ਆ, ਜੇ ਇੱਕ ਕੈਨੇਡੀਅਨ ਜਾਂ ਪਰਮਾਨੈਂਟ ਰੈਜ਼ੀਡੈਂਟ ਇੱਕ ਐਪਲੀਕੇਸ਼ਨ ਲਾਉਂਦੇ ਨੇ ਕੰਮ ਵਾਸਤੇ ਐਂਡ ਉਹਨਾਂ ਨੂੰ ਕੋਈ ਜਵਾਬ ਵੀ ਨਹੀਂ ਮਿਲਦਾ from the employer, then actually
ਉਹ ਕੰਪਲੇਂਟ ਕਰ ਸਕਦੇ ਨੇ ਕਿ ਇਹ EMPLOYER ਨੇ ਬੇਸਿਕ ਕੋਈ ਸਾਨੂੰ ਕੋਈ ਜਵਾਬ ਨਹੀਂ ਦਿੱਤਾ and effectively ਫਿਰ ESDC ਜੋ ਇੱਕ ਗਵਰਨਮੈਂਟ ਸਰਕਾਰੀ ਰੈਗੂਲੇਟਰ ਹੈਗੇ ਨੇ ਉਹ ਫਿਰ EMPLOYER ਦੇ ਕੋਲ ਜਾ ਸਕਦੇ ਨੇ ਥੋੜਾ ਜਿਹਾ LMI ਦਾ ਰਿਵਿਊ ਵੀ ਕਰ ਸਕਦੇ ਨੇ ਕਿ ਦੇਖੋ ਹੁਣ ਕਿਉਂਕਿ LMI ਦਾ ਮਤਲਬ ਇਹ ਹੈਗੇ ਕਿ ਜੋ EMPLOYERS ਹੈਗੇ ਨੇ ਬੇਸਿਕਲੀ ਉਹ ਸਰਕਾਰ ਨੂੰ ਇਹ ਕਹਿੰਦੇ ਕਿ ਦੇਖੋ ਅਸੀਂ ਕੋਈ ਲੋਕਲ ਬੰਦੇ ਨਹੀਂ ਲੱਭ ਸਕਦੇ ਕੰਮ ਵਾਸਤੇ and ਜਿੱਥੇ ਹੁਣ ਦੂਜੇ ਪਾਸੇ ਕੈਨੇਡੀਅਨਸ ਜਾਂ ਪਰਮਨੈਂਟ ਰੈਜ਼ੀਡੈਂਟ ਹੈਗੇ ਨੇ ਉਹ ਕਹਿੰਦੇ ਕਿ ਦੇਖੋ ਅਸੀਂ ਕੰਮ ਕਰਨ ਨੂੰ ਤਿਆਰ ਹੈਗੇ ਨੇ ਪਰ ਹੁਣ employer ਸਾਡੇ ਨਾਲ ਕੋਈ ਗੱਲ ਨਹੀਂ ਕਰਨ ਨੂੰ ਤਿਆਰ ਹੈਗੇ ਨੇ ਜਾਂ ਜੋ ਵੀ situation ਹੋ ਸਕਦਾ then of course it questions the whole reason right and look ਜੈਸੀ fraud ਦੇ ਬਾਰੇ ਗੱਲ ਕਰਦੇ ਨੇ we're not dumb I think general population ਨੂੰ ਸਮਝ ਹੈਗੀ ਕਿ ਕਾਫੀ employers ਹੈਗੇ ਨੇ ਜੋ LMI ਦਾ ਫਾਇਦਾ ਉਠਾਉਂਦੇ ਨੇ right exploitation the ਗੱਲ ਜ਼ਰੂਰ ਹੈਗੀ ਉਹ LMIs ਭੇਜਦੇ ਨੇ and so I think this is one more step in that direction ਕਿ ਉਹ ਕਹਿ ਰਹੇ ਨੇ ਕਿ ਦੇਖੋ ਹੁਣ ਜੇ genuinely ਜੀ ਕਹਿ ਰਹੇ ਨੇ ਕਿ ਸਾਨੂੰ LMI ਚਾਹੀਦੀ ਹੈ then you should be ready to back it up right ਕਿਉਂਕਿ ਕੀ ਹੁੰਦਾ it's not like just because ਕੋਈ ਤੁਹਾਨੂੰ ਮੈਸੇਜ ਭੇਜਦੇ ਨੇ ਕਿ ਓਕੇ ਦੇਖੋ ਅਸੀਂ ਕੰਮ ਕਰਨ ਨੂੰ ਤਿਆਰ ਹੈਗੇ ਨੇ ਉਹਦਾ ਮਤਲਬ ਇਹ ਨਹੀਂ ਕਿ they're qualified but ESDC ਇਹ ਕਹਿੰਦੇ ਨੇ ਕਿ ਜੇ ਤੁਹਾਡੇ ਮਨ ਵਿੱਚ ਇਹ ਹੈਗੇ ਕਿ ਜੋ ਬੰਦੇ ਤੁਹਾਡੇ ਐਪਲੀਕੇਸ਼ਨ ਤੁਹਾਡੇ ਕੰਮ ਵਾਸਤੇ ਐਪਲੀਕੇਸ਼ਨ ਬਣਾਉਂਦੇ ਨੇ ਉਹ ਨਹੀਂ ਕੁਆਲੀਫਾਈਡ ਹੈਗੇ ਨੇ okay then show us why right then explain ਸੋ ਤੇ ਸ਼ੌਰੀ ਸਾਹਿਬ ਇਹ ਵੀ ਦੱਸੋ ਕਿ ਇਹਦੇ ਨਾਲ ਉਹਨਾਂ ਲੋਕਾਂ ਵਾਸਤੇ ਜਿਹੜੇ LMIA ਵਾਸਤੇ ਜਿਹੜੀਆਂ LMIA ਅਪਰੂਵਡ ਜੌਬਸ ਹੈ ਉਹਨਾਂ ਵਾਸਤੇ ਐਲੀਜੀਬਲ ਨਹੀਂ ਹੈਗੇ ਉਹਨਾਂ ਦੀ ਜੌਬ ਸਰਚ ਪ੍ਰੋਸੈਸ ਦੇ ਉੱਤੇ ਫਿਰ ਕਿੱਦਾਂ ਇੰਪੈਕਟ ਪੈਂਦਾ Well, look, like I think it's like any normal job, you know. Like generally speaking, you're either qualified or you're not qualified. So it doesn't mean that bus jite again, this is from the perspective of the Canadian, right? Canadian and permanent resident, not the temporary foreign worker. So temporary foreign workers, usually like they are focused on generical LMI at the hege hat which of course but I would say ke simple ਗੱਲ ਇਹ ਹੈਗੀ ਕਿ ਜੇ Canadians ਜਾਂ permanent residents ਕੰਮ ਵਾਸਤੇ ਨਈ qualifications ਮਿਲਦੇ ਨੇ then the employers ਉਹਨਾਂ ਦਾ ਮੇਨ ਜ਼ਿੰਮੇਵਾਰੀ ਇਹ ਹੁੰਦਾ ਕਿ ਜੇ ESDC ਨੇ ਪੁੱਛਿਆ एक explanation होना चाहिए to show very clearly why and ਜਦੋਂ LMI application process शुरू कर देने like at the very beginning that is the whole purpose that is exactly what you're doing because क्योंकि काफी requirements होंगे I won't get through all of them but एक whole requirement है कि not just advertising but ਤੁਸੀਂ ਦਿਖਾਣਾ ਹੈ ਕਿ ਤੁਸੀਂ ਕਿੰਨੇ ਬੰਦੇ ਦੇ ਨਾਲ interviews ਕਰਵਾਇਆ ਸੀ ਉਹ ਕਿਉਂ ਨਹੀਂ position ਨੂੰ fill ਕਰ ਸਕਦੇ ਸੀ so ਕਾਫੀ steps ਹੁੰਦੇ ਨੇ and then eventually but the requirement is jado even throughout the processing of the LMI ਤੁਸੀਂ ਆਪਣਾ ਕੰਮ advertise ਰੱਖਣਾ or advertisements ਚੱਲਣਾ ਚਾਹੀਦਾ up until final decision okay and so because the idea is that maybe somebody will come kyunki hun ajkal you know LMIs are taking 6 months 7 months hanji basically pre-COVID numbers right it's expected कि शायद 6 महीने ਵਿੱਚ ਕੋਈ ਨਾ ਕੋਈ ਤੁਸੀਂ ਬੰਦਾ ਤਾਂ ਮਿਲ ਹੀ ਸਕਦਾ yeah for sure local market too right ਤੇ ਜਿਹੜੀਆਂ ਨਵਾਂ ਆਇਆ ਕਿ ਨਵਾਂ ਲੈਂਗੁਏਜ ਟੈਸਟ ਜਿਹੜਾ ਉਹ ਅਵੇਲੇਬਲ ਕਰਵਾਇਆ ਜਾ ਰਿਹਾ ਫਾਰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ yeah so TOEFL basically and ek nava just like you said ek nava language test man rahe ne no they're accepting it hanji I think I think the main reason is kyunki inne sare backlogs haige ne English testing de and काफी on time लग रहा है आजकल ਅਸੀਂ ਇਹ ਵੀ ਗੱਲ ਸੁਣਦੇ ਨੇ ਕਿ ਕੋਈ ਬੰਦੇ ਹੈਗੇ ਨੇ ਜੋ ਟੈਸਟਿੰਗ the seats ਉਹ ਬੁਕਿੰਗ ਕਰਦੇ ਨੇ ਫਿਰ they turn around and then no page ਦੇ ਨੇ ਬੰਦੇ ਨੂੰ So yeah, I think it's a very interesting development, but it makes sense. Basically, I think it's I forget the abbreviation TOEFL. But English it used to be a testing tool. Bande other now preparations kar de but eventually IELTS and jo duje hai ne ode piche self but all requirements manasi but
Yeah, there will be new English testing ਸੋ accepted. ਇਹ ਜਿਹੜਾ ਟੋਇਫਲ ਆ ਤੇ ਆਇਲਟਸ ਆ ਇਹ ਦੋਨੇ ਸਿਮਿਲਰ ਨੇ ਕਿ one is easier than the other one? Everyone thinks something is easier, right? I don't. I'll be honest. I don't know. मैं कभी testing नहीं किया. I don't know. ऐसी कई बार ये सुने कि CELPIP is easier. Then I've heard IELTS is easier. Then I've heard. I don't know. ਮੈਂ ਜਤਨ ਜੀ ਇਹ ਦੋਨੇ ਪੜ੍ਹਾਏ ਆ ਇੰਡੀਆ ਦੇ ਵਿੱਚ. मैं IELTS भी पढ़ाया, TOEFL भी पढ़ाया. TOEFL is easier comparatively. There you go. शायद तुझे एक नवा पाठशाला खोल लो, नवी पाठशाला नवा स्कूल खोल लो तुसी. ਸੋ ਜਿਹੜੇ ਜਿਨ੍ਹਾਂ ਨੇ PR ਐਪਲੀਕੇਸ਼ਨ ਦੇਣੀ ਹੈ ਉਹਨਾਂ ਵਾਸਤੇ ਜਿਹੜੇ ਇੰਗਲਿਸ਼ ਦਾ ਜਿਹੜਾ IELTS ਟੈਸਟ ਹੈਗਾ ਉਹਦੀ ਬੈਕਲੌਗ ਬਹੁਤ ਜ਼ਿਆਦਾ ਹੋ ਗਿਆ ਸੀ, ਡੇਟ ਨਹੀਂ ਮਿਲਦੀ ਸੀ, ਤਾਂ ਉਹਦੀ ਜਗ੍ਹਾ ਦੇ ਉੱਤੇ ਟੋਇਫਲ ਟੈਸਟ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ. ਸੋ ਤੁਸੀਂ TOEA ਦਾ ਹੈਗਾ ਟੈਸਟ ਆਫ ਇੰਗਲਿਸ਼ ਐਜ਼ ਫੋਰਨ ਲੈਂਗੁਏਜ, TOEFL. That's right. ਤੁਸੀਂ ਉਹ ਵੀ ਦੇ ਸਕਦੇ ਹੋ. ਸੋ ਹੁਣ ਇਹ ਦੱਸੋ ਕਿ ਇਸ ਵੇਲੇ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਕਿਹੜਾ ਸੈਕਟਰ ਟੌਪ ਪ੍ਰਾਇਓਰਟੀ ਤੇ ਚੱਲ ਰਿਹਾ ਹੈ? It's interesting. I think परसों उन्होंने I think health and social sciences they एक draw करवाया सी, and it seems like हजे भी एक category based draws से पीछे होने जा रहे हैं. And it's interesting because क्योंकि जितने उन्होंने health care and social services draw recently करवाया सी, ਉਹਦਾ जो points थी it's 475 basically 500 तक तो काफी कट points उन्होंने मन्या सी. And all the kind of thing जिन्हें को bachelor degrees and master's degrees and even the English scoring wasn't that high. मुझे लग रहा है कि there's going to be an emphasis on French continued, right? French तो जरूर एक बड़ी चीज बनोगी in the next couple of years. And जितने ऐसी healthcare लब्ध हैं. They have social workers, they have people working in nurses, they have people working in long-term care facilities. जिथे हुन अजे भी education, science, technology, educating, math, trade, ये सारे मतलब spaces primary focus banange for sure. And I think it'll stay that way for the next couple of years. क्योंकि लोगों like at least immigration ਦੇ ਵਿੱਚ ਇਹ ਗੱਲ ਹੁਣ ਕਲੀਅਰ ਬਣ ਰਿਹਾ ਕਿ ਜਿੱਥੇ ਇਹ occupations ਵਿੱਚ ਕਾਫੀ ਘੱਟ ਬੰਦੇ ਹੈਗੇ ਨੇ, and it'll be a very big requirement. And of course ਅੱਜ ਕੱਲ੍ਹ ਸਭ ਤੋਂ ਵੱਡੀ I think news ਜੋ ਆ ਰਿਹਾ economic immigration ਦੇ ਵਿੱਚ it's about how many provinces, ਕਿੰਨੇ provinces ਵਿੱਚ ਕਿੰਨੇ draws ਹੋ ਰਹੇ ਨੇ, right? And I think there's a continued there's a continued push कि provinces ਨੂੰ ਹੋਰ मतलब एक वॉइस होना चाहिए उन्हें कि जो लोकल नीड्स है ने जो अपने प्रोविंस विच जो ट्रेड्स होने चाहिए ने या जो भी कम गैप्स है ने जो असी फिल करवाना चाहते हैं वो सब तो वधिया प्रोविंसेस अपने सिचुएशन अपने हालत में जानते हैं. Right? And so I think this is just going to it's becoming more and more of a reality if you take it, and it seems like it's heading in that direction. But again, it's been quiet. जो जैसे पिछले 4 महीने सोच रहे हैं, I mean, really, immigration minister तो कोई खबर कुछ नहीं मिलेगा सबने. It's been very, very quiet, right? Generally speaking. So मुझे लग रहा है क्योंकि September 15 तारीख को पार्लियामेंट से खोलेंगे, काफी I get काफी रौला भी hectic होगा काफी. Immigration the top 3 portfolio, right? ਮੈਨੂੰ ਲੱਗਦਾ ਪਹਿਲੀ ਵਾਰੀ ਆ ਜਤਨ ਜੀ ਕਿ ਬਹੁਤ ਸਾਰੇ ਲੋਕਾਂ ਨੂੰ, ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਇਮੀਗ੍ਰੇਸ਼ਨ ਮਿਨਿਸਟਰ ਕੌਣ ਹੈ. ਇਹ ਪਹਿਲੀ ਵਾਰੀ ਹੋਇਆ ਇਦਾਂ ਦਾ ਪਿਛਲੇ 15 ਸਾਲਾਂ 'ਚ. Very different. I agree. It's very, very different. Mark Miller जो है कि obviously काफी noise बनाते थे, but he was busy too, I can tell. शायद एक strategy है क्या, I don't know. I am also sitting here, शायद एक strategy है क्या, and शायद पिछले 4 महीने में जो बस अपना systems review करते थे. I can tell you, like क्योंकि ज़्यादा सादा जो हो national involvement होती है, different committees too. ਅਸੀਂ ਦੇਖ ਰਹੇ ਨੇ ਕਿ even immigration ਦੇ ਵਿੱਚ ਕਾਫੀ restructuring ਹੋ ਰਿਹਾ, and they're changing how they're prioritizing their processing. ਮਤਲਬ ਜੋ staff ਵੀ ਹੈਗੇ ਨੇ
ਉਹ ਥੋੜਾ ਜਿਹਾ efficiency ਦੇ ਪਿੱਛੇ ਹੁਣ ਭੱਜ ਰਹੇ ਨੇ ਮੈਨੂੰ ਇਦਾਂ ਲੱਗ ਰਿਹਾ and refusal rates are increasing right in so many different categories and court ਦੇ ਵਿੱਚ ਜੋ ਅਸੀਂ appeals ਆ ਰਹੇ ਨੇ ਅਸੀਂ almost ਹਰ ਹਫਤੇ ਅਸੀਂ ਇੱਕ ਨਵਾਂ appeal ਸ਼ੁਰੂ ਕਰਦੇ ਨੇ almost every week ਕਿਉਂਕਿ ਇੰਨੇ ਸਾਰੇ ਹੁਣ refusals ਜੋ मतलब ਸਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ refusals ਇਦਾਂ ਕਿਉਂ ਦੇ ਰਹੇ ਨੇ like what's the reason here that's kind of basically ਅੱਜਕੱਲ ਹਾਲਤ ਇਹੀ ਹੈ ਇਮੀਗ੍ਰੇਸ਼ਨ ਦੀ ਇੱਥੇ ਕੈਨੇਡਾ ਵਿੱਚ ਇੱਕ ਕੁਐਸਚਨ ਆਇਆ ਆ ਰਸ਼ਪਾਲ ਸਿੰਘ ਸੰਧੂ ਉਹਨਾਂ ਦਾ ਉਹ ਕਹਿੰਦੇ ਕਿ ਮੈਨੂੰ 1 ਸਾਲ ਹੋ ਗਿਆ ਤੇ COPR ਨਹੀਂ ਆਈ P2 ਤੋਂ ਬਾਅਦ ਤੇ ਉਹ ਕਹਿੰਦੇ ਕਿ ਮੈਂ ਕੀ ਕਰ ਸਕਦਾ That's not good. That's very unique. Look, I think when they say P2, मेरे समझ है कि basically उन्होंने email मिले at some point landing the email मिले ऐसे जितने वो basically final information देने ने via email basically immigration portal COPR landing document page देने ਸਾਡੇ ਆਫਿਸ ਵਿੱਚ ਇੱਕ ਵਾਰੀ ਇਹ ਮਤਲਬ ਇੱਕ ਵਾਰੀ ਇਹ ਕੰਸਲਟੇਸ਼ਨ ਆਇਆ ਸੀ ਜਿੱਦਾਂ ਤੁਸੀਂ ਹੁਣ ਸਮਝਾ ਰਹੇ ਨੇ ਜੀ ਐਂਡ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਐਕਚੁਅਲੀ ਇਮੀਗ੍ਰੇਸ਼ਨ ਨੂੰ ਇੱਕ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸੀ ਕਿ ਜੋ EMPLOYER ਹੈਗੇ ਸੀ ਉਹ ਕੋਈ ਪੁੱਠਾ ਕੰਮ ਮਤਲਬ ਕੋਈ ਜੁਗਾੜ ਉਹ ਸਕੀਮ ਸ਼ੁਰੂ ਕੀਤਾ ਸੀ ਐਂਡ ਸੋ ਬਿਕਾਜ਼ ਆਫ ਦੈਟ ਸਾਰੇ ਜੋ ਬੰਦੇ ਉਹ EMPLOYMENT ਥਰੂ ਇਹ PR ਦੀ application ਆਇਆ ਸੀ ਉਹਨੇ ਸਾਰਿਆਂ ਨੂੰ ਰਿਕੁਆਇਰ ਸੀ so when it takes 1 year ਮੇਰੇ ਦਿਮਾਗ ਵਿੱਚ ਇਹ ਸੋਚ ਹੁੰਦਾ ਕਿ are you sure ਕਿ ਤੁਹਾਡੇ employer ਨੇ properly ਕੰਮ ਕੀਤਾ and I think mainly ਤੁਹਾਡਾ ਬਸ ਇੱਕੋ ਹੀ ਰਾਸਤਾ ਹੋ ਸਕਦਾ of course I'm sure web forms and ਇਹ ਸਾਰੇ ਜੋ options ਹੈਗੇ ਨੇ ਤੁਸੀਂ ਪੂਰਾ you know use ਕੀਤਾ but perhaps maybe ਤੁਸੀਂ ਇੱਕ MP office to ਇਹ ਥੋੜਾ ਜਿਹਾ ਹੋਰ inquiry ਕਰਵਾ ਸਕਦੇ ਨੇ okay ਸਾਡੇ office file ਵਿੱਚ ਕੀ ਹੋ ਰਿਹਾ that's probably what I would do to be honest ਤੇ ਅਸੀਂ ਹੁਣ ਵੀ ਜ਼ਿਆਦਾ ਇਮੀਗ੍ਰੈਂਟਸ ਰੂਰਲ ਏਰੀਆਜ਼ ਵਾਸਤੇ ਲੈ ਰਹੇ ਹਾਂ ਤੇ ਦੂਜਾ ਮੇਰਾ ਕੁਐਸਚਨ ਇਹਦਾ ਪਾਰਟ ਦਾ ਦੂਜਾ ਹਿੱਸਾ ਇਹ ਆ ਕਿ ਵਿਜ਼ਟਰ ਵੀਜ਼ਾ ਜਿਹੜੇ ਆ ਉਹਨਾਂ ਨੂੰ ਰਿਫਿਊਜ਼ਲ ਬੜੀ ਹੋ ਰਹੀ ਆ ਤੇ ਸੁਪਰ ਵੀਜ਼ਾ ਠੀਕ ਰਹੇਗਾ ਪੇਰੈਂਟਸ ਲਈ so with rural I think मैं देखे सी कि शायद उन्होंने और resources and whole funding on rural programs वास्ते on immigration बना रहे हैं IRCC and so I think the idea is yes कि जो rural communities है I mean most of the time to be frank like immigration which it definitely एक motivation होता है कि तुसी rural communities ਨੂੰ थोड़ा ਜਿਹਾ ਹੋਰ बनाना चाहते हैं right and there's a huge क्योंकि rural communities which काफी when retiring populations भी है ने काफी लोग हम अपने business ਨੂੰ ਹੋਰ ਨਹੀਂ ਚਲਾ ਸਕਦੇ ਨੇ ਜਾਂ ਥੱਕ ਗਏ ਹੁਣ right so I could see ਕਿ ਹਜੇ ਵੀ rural programs ਚੱਲਦੇ ਨੇ but again ਜਿੱਥੇ ਹੁਣ ਅੱਜਕੱਲ ਦੇ programs ਹੈਗੇ ਨੇ most of them rely on jobs ਕਿ basically ਜੇ ਤੁਸੀਂ program ਦੀ qualification ਮਿਲਣਾ ਚਾਹੁੰਦੇ ਨੇ ਸ਼ੁਰੂ ਵਿੱਚ ਉਹ ਦੇਖਣਾ ਚਾਹੁੰਦੇ ਨੇ ਕਿ ਜੇ ਤੁਹਾਡੇ ਕੋਲ ਕੋਈ ਜੌਬ ਸਪੋਰਟਿੰਗ ਲੈਟਰਸ ਦੇ ਕੁਝ ਹੈਗੇ ਨੇ ਐਂਡ ਅੱਜਕੱਲ ਕੀ ਹੋ ਰਿਹਾ ਕਿ ਜੋ ਸ਼ਹਿਰ ਵਿੱਚ ਬੰਦੇ ਰਹਿੰਦੇ ਨੇ ਉਹ ਆਪਣੇ ਬਿਜ਼ਨੈਸਸ ਰੂਰਲ ਵਿੱਚ ਖੋਲਦੇ ਨੇ ਐਂਡ ਦੈਨ ਉਹ ਬਿਜ਼ਨਸ ਚਿੱਠੀ ਬਣਾ ਕੇ ਉਹ ਭੇਜਦੇ ਨੇ ਅਗੇਨ ਇੱਕ ਹੋਰ ਐਗਜ਼ਾਮਪਲ ਫਰਾਡ ਦੀ ਰਾਈਟ ਜੋ ਹੋ ਰਿਹਾ ਸੋ ਟ੍ਰਾਈਂਗ ਟੂ ਬੈਲੈਂਸ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਗੱਲ ਨੂੰ ਥੋੜਾ ਜਿਹਾ ਬੈਲੈਂਸ ਕਰਵਾਉਣਾ ਚਾਹੁੰਦੇ ਨੇ I think going to your super visa question you know I would agree with you ਅਸੀਂ ਹੁਣ ਇੱਕ ਬਹੁਤ ਯੂਨੀਕ ਗੱਲ ਦੇਖ ਰਹੇ ਨੇ ਕਿ super visa the refusal ਵੀ ਹੁਣ ਸ਼ੁਰੂ ਹੋਣਾ ਹੈ where it doesn't make sense ਕਿਉਂਕਿ super visa ਇੱਕ easy application ਹੋਣਾ ਚਾਹੀਦਾ simple straight ਮਤਲਬ like not that easy but simple and straight right ਜਿੱਥੇ sponsored income ਮਿਲਦੇ ਨੇ and ਜਿੱਥੇ ਉਹਨਾਂ ਕੋਲ medical insurance ਹੈਗੀ ਆਪਣੇ ਮਾਂ-ਬਾਪ ਵਾਸਤੇ and so long as koi hor like for example medical issue ya koi criminal case kuch nahi chal raha matlab apne maa baap the history which it should be a pretty straightforward case but you know pichhe 2-3 hafte vich you know we started to see jo consultations aa rahe ne or refusals some of the khare ne ke one of the refusal or super visa and that's very unique. Okay. I can tell you Sunday office which maybe ek to bari refusals mein there puri like history which and I'm not saying that as like we're magicians in my mind a bahut easy application hona chahiye straightforward so long as you can show ke at the end of the day jo bhi
ਜੋ ਵੀ ਤੁਸੀਂ ਸਪਾਂਸਰ ਕਰਦੇ ਨੇ ਉਹ ਕੋਈ ਨਾ ਤਰੀਕੇ ਨਾਲ ਵਾਪਸ ਜਾ ਸਕਦੇ ਨੇ ਰਾਈਟ ਜੇ ਉਹਨਾਂ ਦਾ ਇੱਥੇ ਟਾਈਮ ਸਪੈਂਡ ਜੋ ਵੀ ਖਤਮ ਹੋ ਗਿਆ ਐਂਡ ਇਟਸ ਇੰਟਰਸਟਿੰਗ ਕਿਉਂਕਿ ਸੁਪਰ ਵੀਜ਼ਾ ਹੁਣ 5 ਸਾਲ ਤੱਕ ਤੁਸੀਂ ਇੱਥੇ ਰਹਿ ਸਕਦੇ ਹੋ ਸੋ ਇਟਸ ਲਾਈਕ the requirement is supposed to be much lower and online ਵੀ ਉਹਨਾਂ ਨੇ ਇਹ ਪਾਲਿਸੀ ਦਿਖਾਇਆ ਕਿ ਜੋ ਜਿੱਥੇ ਆਫਿਸਰਸ ਵਿਜ਼ਿਟਰ ਵੀਜ਼ਾ ਰਿਵਿਊ ਕਰਦੇ ਨੇ ਐਂਡ ਨਾਲ ਇੱਕ ਸੁਪਰ ਵੀਜ਼ਾ ਐਪਲੀਕੇਸ਼ਨ ਆਉਂਦੀ ਹੈ ਫਿਰ ਸੁਪਰ ਵੀਜ਼ਾ ਐਪਲੀਕੇਸ਼ਨ ਵਿੱਚ ਇੰਨਾ ਜ਼ਿਆਦਾ ਮਤਲਬ ਸਟ੍ਰੈਸ ਨਹੀਂ ਹੋਣਾ ਚਾਹੀਦਾ ਸਬੂਤ ਤੁਸੀਂ ਲਾਉਂਦੇ ਨੇ ਜਾਂ ਜੋ ਵੀ ਕਰਦਾ ਕਿਉਂਕਿ ਸਾਰੇ ਜਾਣਦੇ ਨੇ ਕਿ ਲੌਂਗ ਟਰਮ ਐਪਲੀਕੇਸ਼ਨ ਹੈਗਾ ਲੌਂਗ ਟਰਮ ਵੀਜ਼ਾ ਹੈਗਾ but we are seeing ਜੀ ਕਿਉਂਕਿ ਸਿਸਟਮ ਦੇ ਵਿੱਚ ਨਵੇਂ ਟੈਕਨੋਲੋਜੀਜ਼ ਆ ਰਹੇ ਨੇ you know like artificial intelligence I mean and again ਸਾਨੂੰ exactly ਪਤਾ ਨਹੀਂ ਕਿ ਹੁਣ ਜਿੱਥੇ ਸਰਕਾਰ ਨੇ ਇਹ ਘਟਾਉਣ ਦਾ ਪਾਲਿਸੀ ਸ਼ੁਰੂ ਕੀਤਾ ਇਮੀਗ੍ਰੇਸ਼ਨ ਟੋਟਲ ਇਮੀਗ੍ਰੇਸ਼ਨ ਨੰਬਰਸ ਜੋ ਹੈਗੇ ਨੇ ਉਹ ਘਟਾਉਣਾ ਚਾਹੁੰਦੇ ਨੇ ਉਹ ਇਹ ਟੈਕਨੋਲੋਜੀ ਨਾਲ ਕਿੱਦਾਂ ਮੈਨੇਜ ਕਰਦੇ ਨੇ ਰਾਈਟ ਡੈਫੀਨਿਟਲੀ ਸਾਡੇ ਮਨ ਵਿੱਚ ਇਹ ਸੋਚ ਹੈਗੀ ਕਿ ਸ਼ਾਇਦ ਇੱਕ ਸਟ੍ਰੈਟਜੀ ਹੈਗੀ ਕਿ ਦੇਖੋ ਬੰਦੇ ਨੂੰ ਹੁਣ ਤੁਸੀਂ ਰਿਫਿਊਜ਼ ਕਰ ਲਓ ਕੋਈ ਬੰਦੇ ਅਪੀਲ ਕਰਨ ਨੂੰ ਤਿਆਰ ਹੈਗੇ ਨੇ ਕੋਈ ਬੰਦੇ ਤਾਂ ਛੱਡ ਦਾਂਗੇ right they don't have the resources or the energy to spend that much money so it's a strategy too the final words well nothing more I think you know it's just summer hai gaya si coffee it was quiet I have a suspicion jadon se September and fir milange we will have a lot of news ji chalo theek hai ji Shourie sahab thank you very much for joining us thank you no problem